ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਨੌਲੇਜ ਹੱਬ ਦੇ ਵਿੱਚ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲੋ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਟੈਕਸੇਸ਼ਨ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦਾ ਐਗਜ਼ਾਮ ਸੀ। ਉਸ ਦੀ ਆਨਸਰ ਕੀਜ਼ ਅੱਜ ਅਸੀਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾ ਕੁਐਸਚਨ ਸੀ, ਡਵੋਰੈਕ ਇਜ਼ ਯੂਜ਼ਡ ਵਿਦ ਰੈਫਰੈਂਸ ਟੂ। ਤਾਂ ਕਰੈਕਟ ਆਨਸਰ ਆਣਾ ਹੈ ਜੀ ਕੀਬੋਰਡ। ਕੀਬੋਰਡ ਹੈ ਜੀ ਇੱਕ ਕੀਬੋਰਡ ਦੇ ਸੰਦਰਭ ਵਿੱਚ ਯੂਜ਼ ਹੁੰਦਾ ਹੈ ਡਵੋਰੈਕ। ਠੀਕ ਹੈ ਜੀ। ਦੂਜਾ ਪ੍ਰਸ਼ਨ ਦੇਖੋ ਜੀ, ਦੂਜਾ ਪ੍ਰਸ਼ਨ ਸੀ ਜੀ, ਵਿਚ ਆਫ ਦੀ ਫੋਲੋਇੰਗ ਰੈਫਰਸ ਟੂ ਦੀ ਮੈਮਰੀ ਇਨ ਯੂਰ ਕੰਪਿਊਟਰ। ਤਾਂ ਉਹ ਹੈ ਜੀ ਰੈਮ। ਕਰੈਕਟ ਆਨਸਰ। ਤੀਜਾ ਕੁਐਸਚਨ ਦੇਖੋ ਜੀ, ਤੀਜਾ ਕੁਐਸਚਨ, a type of program that is installed on your computer to collect information about user is, ਉਸ ਨੂੰ ਕਿਹਾ ਜਾਂਦਾ ਹੈ ਜੀ ਮਾਲਵੇਅਰ। ਤਾਂ ਆਪਸ਼ਨ ਬੀ ਕਰੈਕਟ ਹੈ। ਚੌਥਾ ਕੁਐਸਚਨ ਦੇਖੋ ਜੀ, ਚੌਥਾ ਕੁਐਸਚਨ ਸੀ, ਇਨ ਕੰਪਿਊਟਰ ISP ਸਟੈਂਡਸ ਫॉर। ਤਾਂ ISP ਸਟੈਂਡ ਕਰਦਾ ਹੈ ਇੰਟਰਨੈਟ ਸਰਵਿਸ ਪ੍ਰੋਵਾਈਡਰ। ਆਪਸ਼ਨ ਨੰਬਰ ਬੀ। ਪੰਜਵਾਂ ਦੇਖੋ ਜੀ, ਪੰਜਵਾਂ ਸੀ, ਡੈਸ਼ is a collection of web pages and dash is very first page that we see on opening a website। ਤਾਂ ਆਪਸ਼ਨ ਨੰਬਰ ਬੀ ਕਰੈਕਟ ਹੈ ਜੀ, ਵੈਬਸਾਈਟ ਐਂਡ ਹੋਮ ਪੇਜ। ਛੇਵਾਂ ਕੁਐਸਚਨ ਦੇਖੋ ਜੀ, ਬੈਂਡਵਿਡਥ ਰੈਫਰਸ ਟੂ। ਤਾਂ ਬੈਂਡਵਿਡਥ ਰੈਫਰ ਕਰਦੀ ਹੈ ਜੀ ਆਪਸ਼ਨ ਨੰਬਰ ਏ ਕਰੈਕਟ ਹੈ ਛੇਵੇਂ ਦਾ। ਠੀਕ ਹੈ ਜੀ। the amount of data that can be transmitted through a communication channel। ਸੱਤਵਾਂ ਕੁਐਸਚਨ ਦੇਖੋ ਜੀ, ਐਨ ਐਗਜ਼ਾਮਪਲ ਆਫ ਪੈਰੀਫਿਰਲ ਇਕਵਿਪਮੈਂਟ। ਪੈਰੀਫਿਰਲ ਇਕਵਿਪਮੈਂਟ ਹੁੰਦੇ ਨੇ ਜਿਹੜੇ ਅਲੱਗ ਤੋਂ ਕੰਪਿਊਟਰ ਨਾਲ ਲਗਾਏ ਜਾਂਦੇ ਨੇ। ਤਾਂ ਇਸ ਦਾ ਕਰੈਕਟ ਆਨਸਰ ਹੈ ਜੀ ਸੱਤਵੇਂ ਦਾ ਆਪਸ਼ਨ ਨੰਬਰ ਏ। ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ। ਅੱਠਵਾਂ ਕੁਐਸਚਨ ਦੇਖੋ ਜੀ, ਵਿਚ ਆਫ ਦੀ ਫੋਲੋਇੰਗ ਰਿਪਰੈਜ਼ੈਂਟ ਦੀ ਫਾਸਟੈਸਟ ਟਰਾਂਸਮਿਸ਼ਨ ਸਪੀਡ। ਤਾਂ ਉਹ ਹੈ ਜੀ GBPS। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ ਅੱਠਵੇਂ ਦਾ ਆਪਸ਼ਨ ਨੰਬਰ ਬੀ। ਅੱਗੇ ਚੱਲਦੇ ਹਾਂ ਜੀ। ਨੌਵਾਂ ਕੁਐਸਚਨ ਦੇਖੋ ਜੀ, ਫੰਕਸ਼ਨ ਇਨ MS ਐਕਸਲ ਬਿਗੇਨ ਵਿਦ। ਤਾਂ MS ਐਕਸਲ ਵਿੱਚ ਹਰੇਕ ਫੰਕਸ਼ਨ ਸ਼ੁਰੂ ਹੁੰਦਾ ਹੈ ਇਜ਼ ਇਕਲ ਟੂ ਤੋਂ। ਤਾਂ ਨੌਵੇਂ ਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ। 10ਵਾਂ ਕੁਐਸਚਨ ਦੇਖੋ ਜੀ, ਵਿਚ ਕੀ ਕੈਨ ਬੀ ਯੂਜ਼ ਟੂ ਵਿਊ ਸਲਾਈਡ ਸ਼ੋ ਇਨ MS ਪਾਵਰਪੁਆਇੰਟ। ਤਾਂ F5 ਕੀ ਸਲਾਈਡ ਸ਼ੋ ਵਾਸਤੇ ਯੂਜ਼ ਹੁੰਦੀ ਹੈ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ ਆਪਸ਼ਨ ਨੰਬਰ ਏ। ਹੁਣ ਦੇਖੋ ਜੀ 11ਵਾਂ ਕੁਐਸਚਨ, who was the chief inspirator of ਕੁੱਕਾ ਮੂਵਮੈਂਟ। ਤਾਂ ਕੁੱਕਾ ਮੂਵਮੈਂਟ ਦੇ ਚੀਫ ਇੰਸਪੀਰੇਟਰ ਰਹੇ ਨੇ ਜੀ ਰਾਮ ਸਿੰਘ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ ਆਪਸ਼ਨ ਨੰਬਰ ਬੀ। 12ਵਾਂ ਕੁਐਸਚਨ, between which of the following pairs of the river does the ਦੁਆਬਾ ਰੀਜਨ in ਪੰਜਾਬ falls। ਤਾਂ ਬਿਆਸ ਤੇ ਸਤਲੁਜ ਦੇ ਵਿਚਕਾਰ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ ਆਪਸ਼ਨ ਨੰਬਰ ਬੀ। ਅੱਗੇ 13ਵਾਂ ਕੁਐਸਚਨ, ਵਿਚ ਟਰੀ ਪਾਰਟ ਆਫ ਅਕੇਸ਼ੀਆ ਨਿਲੋਟਿਕਾ ਇਜ਼ ਯੂਜ਼ਡ ਫॉर ਟੈਨਿੰਗ ਪਰਪਸ। ਤਾਂ ਉਸ ਦਾ ਯੂਜ਼ ਹੁੰਦਾ ਹੈ ਜੀ ਬਾਰਕ। ਤਾਂ 13ਵੇਂ ਦਾ ਆਪਸ਼ਨ ਏ ਕਰੈਕਟ ਹੈ। 14ਵਾਂ ਕੁਐਸਚਨ, ਵਿਚ ਮੁਗਲ ਰੂਲਰ ਮੁਗਲ ਐਮਪਾਇਰ ਕੈਪਟ ਗੁਰੂ ਹਰਗੋਬਿੰਦ ਜੀ ਇਨ ਕੈਪਟੀਵਿਟੀ ਐਟ ਦੀ ਫੋਰਟ ਇਨ ਗਵਾਲੀਅਰ। ਤਾਂ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ ਸੀ ਜਹਾਂਗੀਰ। 15ਵਾਂ ਕੁਐਸਚਨ ਦੇਖੋ ਜੀ, through what sort of song female relative from the bride side make fun of relative grooms। ਤਾਂ ਸਿੱਠਣੀਆਂ ਗਾਈਆਂ ਜਾਂਦੀਆਂ ਨੇ ਜੀ। ਤਾਂ ਆਪਸ਼ਨ ਕਰੈਕਟ ਹੈ ਆਪਸ਼ਨ ਨੰਬਰ ਸੀ। ਸਟੂਡੈਂਟਸ, ਜੇਕਰ ਤੁਹਾਨੂੰ ਕਿਸੇ ਵੀ ਆਪਸ਼ਨ 'ਚ ਕੋਈ ਵੀ ਡਾਊਟ ਲੱਗਦਾ ਹੈ ਤਾਂ ਤੁਸੀਂ ਸਾਨੂੰ ਸੁਜੈਸ਼ਨ ਦੇ ਸਕਦੇ ਹੋ, ਕਮੈਂਟ ਬਾਕਸ 'ਚ ਕਮੈਂਟ ਕਰਕੇ ਕਰੈਕਟ ਕਰ ਸਕਦੇ ਹੋ। 16ਵਾਂ ਕੁਐਸਚਨ, who among the following is known as father of fiber optics। ਤਾਂ father of fiber optics ਕਿਹਾ ਜਾਂਦਾ ਹੈ ਨਰਿੰਦਰ ਸਿੰਘ ਕਪਨੇ ਨੂੰ। ਤਾਂ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ ਬੀ। 17ਵਾਂ ਕੁਐਸਚਨ, who was the commander in chief of Punjab during first Anglo Sikh war। ਤਾਂ ਕਰੈਕਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਏ ਮਿਸਰ ਤੇਜ ਸਿੰਘ। ਆਪਸ਼ਨ ਨੰਬਰ ਏ। 18ਵਾਂ ਕੁਐਸਚਨ, at which place is ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਲੋਕੇਟਡ। ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਲੋਕੇਟਡ ਹੈ ਜੀ ਲੁਧਿਆਣਾ ਵਿਖੇ। ਤਾਂ ਆਪਸ਼ਨ ਨੰਬਰ ਬੀ। ਠੀਕ ਹੈ ਜੀ। ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਹੈਗਾ ਅੰਮ੍ਰਿਤਸਰ ਵਿਖੇ। ਇਹਨਾਂ 'ਚ ਕਨਫਿਊਜ਼ ਨਹੀਂ ਹੋਣਾ, ਵਾਰ ਮਿਊਜ਼ੀਅਮ ਲੁਧਿਆਣੇ ਵਿਖੇ ਹੈ ਜੀ। 19ਵਾਂ ਕੁਐਸਚਨ, ਪੰਜਾਬੀ ਫੋਕ ਡਾਂਸ ਝੂਮਰ ਇਜ਼ ਏ ਡਾਂਸ ਬਾਈ ਵੂਮਨ ਏ ਡਾਂਸ ਬਾਈ ਮੈਨ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਨਾ ਜੀ ਆਪਸ਼ਨ ਨੰਬਰ ਸੀ। 20ਵਾਂ ਕੁਐਸਚਨ,
On which theme of the novel by Nanak Singh a famous Hindi film was produced? ਤਾਂ ਪਵਿੱਤਰ ਪਾਪੀ ਤੇ ਬਣੀ ਹੈ ਜੀ ਫੇਮਸ ਥੀਮ ਲੈ ਕੇ ਪਵਿੱਤਰ ਪਾਪੀ ਦੀ। ਤਾਂ ਆਪਸ਼ਨ ਕਿਹੜਾ ਕਰੈਕਟ ਹੈ? ਆਪਸ਼ਨ ਨੰਬਰ ਏ। ਅੱਗੇ ਦੇਖੋ ਜੀ 21ਵਾਂ क्वेश्चन which industrial policy resolution statement introduced the concept of joint sector in industries? ठीक है जी। ਤਾਂ ਇਹ ਮੋਸਟ ਪ੍ਰੋਬਬਲੀ ਇਸ ਦਾ ਆਪਸ਼ਨ ਕੀ ਆਣਾ ਚਾਹੀਦਾ ਹੈ ਜੀ? ਇਸ ਦਾ ਆਪਸ਼ਨ IPR 1956 ਹੋਣਾ ਚਾਹੀਦਾ ਹੈ। ਜੇਕਰ ਕੋਈ ਵੀ ਸਟੂਡੈਂਟ ਇਸ ਦਾ ਆਨਸਰ ਜਾਣਦਾ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਹੈ ਜੀ। 22ਵਾਂ क्वेश्चन देखो जी in which year was the small scale industry in India renamed as micro small and medium scale? तक ਸਾਡੇ ਅਨੁਸਾਰ ਇਸ ਦਾ ਕਰੈਕਟ ਆਨਸਰ ਇਹ ਬਣਦਾ ਹੈ ਜੀ। ਕਈ ਜਗ੍ਹਾਵਾਂ ਤੇ 2007 ਵੀ ਦੇ ਰੱਖਿਆ, ਵੈਸੇ 2006 ਹੈ। MSMED ਐਕਟ 2006 ਹੀ ਹੈ। 23ਵਾਂ ਜੀ ਸਿਡਬੀ ਦੀ ਫੁੱਲ ਫਾਰਮ ਪੁੱਛੀ ਸੀ, ਤਾਂ ਸਿਡਬੀ ਦੀ ਫੁੱਲ ਫਾਰਮ ਹੈ ਸਮੋਲ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ? ਆਪਸ਼ਨ ਨੰਬਰ ਸੀ 23ਵੇਂ ਦਾ ਕਰੈਕਟ ਆਪਸ਼ਨ ਹੈ। 24ਵਾਂ ਦੇਖੋ ਜੀ ਲਿਸਟ ਆਫ ਅਨਫੇਅਰ ਲੇਬਰ ਪ੍ਰੈਕਟਿਸਿਸ ਔਨ ਦੀ ਪਾਰਟ ਆਫ ਟ੍ਰੇਡ ਯੂਨੀਅਨ ਐਂਡ ਇੰਪਲੋਇਰ ਵਾਜ ਇਨਕਲੂਡਡ ਇਨ। ਤਾਂ ਇਹ ਗਿਣੇ ਜਾਂਦੇ ਨੇ ਇੰਡਸਟਰੀਅਲ ਡਿਸਪਿਊਟ ਐਕਟ 'ਚ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ? ਆਪਸ਼ਨ ਨੰਬਰ ਬੀ। ਅਗਲਾ ਜੀ 25ਵਾਂ क्वेश्चन ਵਿਚ ਸੈਕਸ਼ਨ ਆਫ ਫੈਕਟਰੀ ਐਕਟ ਡਿਫਾਈਨ ਹੈ ਫੈਕਟਰੀ? ਤਾਂ ਸੈਕਸ਼ਨ 2M ਫੈਕਟਰੀ ਐਕਟ ਦਾ ਡਿਫਾਈਨ ਕਰਦਾ ਹੈ ਫੈਕਟਰੀ। 26ਵਾਂ क्वेश्चन which of the following benefit have not been provided under the Employee State Insurance Act 1948? ਤਾਂ ਚਿਲਡਰਨ ਅਲਾਉਂਸ ਨਹੀਂ ਦਿੱਤਾ ਜਾਂਦਾ। ਤਾਂ 26ਵੇਂ ਦਾ ਕਰੈਕਟ ਆਨਸਰ ਕੀ ਹੈ ਜੀ? ਆਪਸ਼ਨ ਨੰਬਰ ਸੀ। 27ਵਾਂ क्वेश्चन which of the following legislation extends some sort of benefit to retired employees? ਤਾਂ ਕਰੈਕਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਸੀ Employee State Insurance Act। 28ਵਾਂ क्वेश्चन Payment of Bonus Act 1965 is applicable to every factory and to every other establishment where dash workmen are employed on any day during an accounting year। ਤਾਂ ਇਸ ਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਨੰਬਰ ਏ। ਠੀਕ ਹੈ ਜੀ 20 और more। अगला जी 29वां क्वेश्चन what is the qualifying service to claim gratuity? gratuity claim ਕਰਨ ਲਈ ਸਰਵਿਸ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ 5 ਸਾਲ। ਤਾਂ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ ਸੀ। 30ਵਾਂ क्वेश्चन देखो जी इनकम टैक्स इज मोस्ट इंपोर्टेंट सोर्स ऑफ रेवेन्यू इन इंडिया। इनकम टैक्सिस है तो इनकम टैक्स डायरैक्ट ते प्रोग्रेसिव है। तो ऑप्शन केड़ा करेक्ट है जी? ऑप्शन नंबर सी। 31वां क्वेश्चन विच वन ऑफ द फॉलोइंग बॉडी विल डिसाइड द टैक्स रेट अंडर गुड्स एंड सर्विसेज डिजाइन? तो जीएसटी काउंसिल है ऑप्शन नंबर डी। सो दोस्तों ये सारे क्वेश्चन ने जेडे ਅਸੀਂ ਆਪਣੀ ਟੈਕਸੇਸ਼ਨ ਦੀ ਵੀਡੀਓਜ਼ ਤੇ ਡਿਸਕਸ ਕਰ ਚੁੱਕੇ ਸੀ ਪਹਿਲਾਂ ਹੀ। ਸੋ ਉਮੀਦ ਕਰਦੇ ਹਾਂ ਜਿਨ੍ਹਾਂ ਬੱਚਿਆਂ ਨੇ ਸਾਡੀ ਟੈਕਸੇਸ਼ਨ ਤੇ ਇੰਡਸਟਰੀਅਲ ਡਿਵੈਲਪਮੈਂਟ ਦੀ ਵੀਡੀਓਜ਼ ਦੇਖੀ ਸੀ ਉਹਨਾਂ ਨੂੰ ਅੱਜ ਬਹੁਤ ਹੀ ਹੈਲਪਫੁਲ ਰਿਹਾ ਹੋਵੇਗਾ, ਕਿਉਂਕਿ ਘੱਟੋ ਘੱਟ 10 ਜਾਂ 15 ਕੁਐਸਚਨ ਸਿੱਧਾ ਹੀ ਉਹਨਾਂ ਵੀਡੀਓਜ਼ ਤੋਂ ਪੁੱਛੇ ਗਏ ਨੇ। ਸੋ 32ਵਾਂ क्वेश्चन देखो जी 32वां क्वेश्चन what option does the central government not include in the development expenditure? ਤਾਂ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ ਡੀ ਡਿਫੈਂਸ ਐਕਸਪੈਂਡੀਚਰ ਨੂੰ ਉਹ ਕਾਊਂਟ ਨਹੀਂ ਕਰਦੇ। 33ਵਾਂ क्वेश्चन which of the following industries are to be given compulsory licensing? ਤਾਂ ਸਾਰੀਆਂ ਨੂੰ ਹੀ ਚਾਹੀਦੀ ਹੈ ਜੀ। ਤਾਂ 33ਵੇਂ ਦਾ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ ਡੀ। 34ਵਾਂ क्वेश्चन the largest component in Punjab tax revenue comes from? ਇਸ क्वेश्चन ਦਾ ਆਨਸਰ ਜੋ ਵੀ ਸਟੂਡੈਂਟਸ ਦੇਣਾ ਚਾਹੁੰਦੇ ਨੇ ਉਹ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਨੇ। ਸਾਡੇ ਅਕੋਰਡਿੰਗ ਇਹ ਆਉਣਾ ਚਾਹੀਦਾ ਐਕਸਾਈਜ਼ ਤੋਂ ਸਭ ਤੋਂ ਜ਼ਿਆਦਾ ਪੰਜਾਬ ਸਰਕਾਰ ਨੂੰ ਫਾਇਦਾ ਹੁੰਦਾ ਹੈ। ਸੋ ਇਸ क्वेश्चन ਦਾ ਆਨਸਰ ਸਟੂਡੈਂਟਸ ਜੋ ਵੀ ਜਾਣਦੇ ਨੇ ਉਹ ਜ਼ਰੂਰ ਦੇਣ। 35ਵਾਂ क्वेश्चन the GST Act 2017 guarantee state a -% annual growth in their GST revenue, failing which compensation grants are provided to state to meet shortfall? ਤਾਂ 14% ਹੈ ਜੀ। ਤਾਂ ਆਪਸ਼ਨ ਕਰੈਕਟ ਹੈ 35ਵੇਂ ਦਾ ਆਪਸ਼ਨ ਬੀ। ਠੀਕ ਹੈ ਜੀ ਅੱਗੇ ਦੇਖੋ ਜੀ 36ਵਾਂ क्वेश्चन डैश इज ए सिंगल विंडो सिस्टम फॉर फैसिलिटिंग द रजिस्ट्रेशन प्रोसेस ऑफ MSME? ਤਾਂ ਚੈਂਪੀਅਨ ਕਰੈक्ट आंसर है ऑप्शन नंबर सी। 37वां क्वेश्चन ठीक है जी 37वें क्वेश्चन का आंसर भी जे स्टूडेंट्स ਨੂੰ ਪਤਾ ਹੈ ਤਾਂ ਉਹ ਕਮੈਂਟ ਬਾਕਸ 'ਚ ਜ਼ਰੂਰ ਦੇਣ। इंडस्ट्रियल सैक्टर अकाउंट फॉर डैश ऑफ द टोटल इंप्लॉयमेंट इन पंजाब? ठीक है जी ये क्वेश्चन जरूर तुसी दसना है। 38वां क्वेश्चन है जी कोड ऑन वेज
Code on Social Security Bill 2020 has added dash worker under the ambit of social security। ਤਾਂ ਉਹਨਾਂ ਨੇ ਐਡ ਕੀਤਾ ਗਿਗ ਵਰਕਰਸ ਨੂੰ, ਤਾਂ ਆਪਸ਼ਨ ਨੰਬਰ ਏ ਕਰੈਕਟ ਹੈ। ਅੱਗੇ ਦੇਖੋ ਜੀ 39ਵਾਂ क्वेश्चन। 39वां क्वेश्चन है जी, अकॉर्डिंग टू 2021 amendment following activity can be included as a part of company eligible CRS spend। ठीक है जी, चार ऑप्शन ਤੁਹਾਨੂੰ ਦਿੱਤੇ ਹੋਏ ਨੇ। ठीक है जी, इस क्वेश्चन ਦਾ ਆਨਸਰ ਵੀ ਅਸੀਂ ਹਾਲੇ ਨਹੀਂ ਦੇ ਰਹੇ ਕਿਉਂਕਿ ਡਾਊਟਫੁਲ ਜਿਹਾ क्वेश्चन है। ਸੋ ਜਿਸ ਵੀ ਸਟੂਡੈਂਟ ਨੂੰ ਪਤਾ ਹੈ ਉਹ ਜ਼ਰੂਰ ਕਮੈਂਟ ਬਾਕਸ 'ਚ ਕਮੈਂਟ ਕਰੇ। ਗਲਤ ਦੱਸਣ ਦੀ ਬਜਾਏ ਅਸੀਂ ਚਾਹਾਂਗੇ ਕਿ ਸਟੂਡੈਂਟਸ ਤੋਂ ਹੀ ਰਿਵਿਊ ਲੈ ਲਈਏ। ਅੱਗੇ ਚੱਲਦੇ ਹਾਂ ਜੀ 40ਵਾਂ क्वेश्चन देखो जी, dash analysis is primarily concerned with the identification of project demand potential and selection of optimal technology stable for achieving project objective। ਤਾਂ ਉਹ ਹੈ ਜੀ ਟੈਕਨੋ ਇਕਨੋਮਿਕਸ। ਤਾਂ 40ਵੇਂ ਦਾ ਆਪਸ਼ਨ ਕਰੈਕਟ ਹੈ ਸੀ। 41ਵਾਂ क्वेश्चन, integrated manufacturing cluster is an initiative of government of Punjab to develop industrial manufacturing cluster in the vicinity of eastern dedicated freight corridor। the location of IMC is, ਤਾਂ ਉਹ ਰਾਜਪੁਰਾ। ਠੀਕ ਹੈ ਜੀ, ਘਨੌਰ ਦੇ ਨੇੜੇ ਬਣਾਉਣਾ ਸੀ ਇਹ, ਪਟਿਆਲਾ ਕੌਂਸਟੀਚੁਐਂਸੀ ਚ ਪੈਂਦਾ। 42ਵਾਂ क्वेश्चन देखो जी, P Limited has a contract with X Limited to provide a bookkeeping service to Q Limited। Q Limited is a subsidiary of P Limited। The liability to discharge consideration for such bookkeeping service of P Limited as per the CGST। Who will be the recipient of the above service। ਤਾਂ ਇਸ ਦੇ ਅਕੋਰਡਿੰਗ ਕਈ ਥਾਵਾਂ ਤੇ ਇਸ ਦਾ ਆਨਸਰ ਆਪਸ਼ਨ ਨੰਬਰ ਏ ਦੇ ਰੱਖਿਆ ਜੀ, P Limited। ਕਈ ਥਾਵਾਂ ਤੇ ਆਪਸ਼ਨ ਨੰਬਰ ਡੀ ਵੀ ਕਰੈਕਟ ਹੈ। ਤਾਂ ਆਪਸ਼ਨ ਨੰਬਰ ਏ ਅਸੀਂ ਕਰੈਕਟ ਲੈ ਕੇ ਚੱਲਾਂਗੇ, P Limited। 43ਵਾਂ क्वेश्चन देखो जी, सिटिंग फी रिसीव्ड बाय द डायरेक्टर ऑफ XYZ लिमिटेड इज लेबल फॉर GST इन हैंड्स ऑफ। ਤਾਂ ਇਸ ਦਾ ਕਰੈਕਟ ਆਨਸਰ ਹੈ ਜੀ ਸਿਟਿੰਗ ਫੀ ਅਗਰ ਕੋਈ ਸੇ ਲੈਂਦਾ ਹੈ ਤਾਂ XYZ ਲਿਮਟਿਡ। ਤਾਂ ਕਰੈਕਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਬੀ। 44ਵਾਂ क्वेश्चन, ਵਿਚ ਆਫ ਦੀ ਫੋਲੋਇੰਗ ਇਜ਼ ਐਨ ਇਲੀਗਲ ਇੰਡਸਟਰੀਅਲ ਐਕਸ਼ਨ ਐਜ਼ ਪਰ ਲਾ। ਇਹ क्वेश्चन ਵੀ ਅਸੀਂ ਆਪਣੀ ਵੀਡੀਓ 'ਚ ਕਰਾ ਚੁੱਕੇ ਸੀ, ਜੋ ਅਸੀਂ ਵੀਡੀਓਜ਼ ਕਰਾਈ ਸੀ ਟੈਕਸੇਸ਼ਨ ਤੇ ਇੰਡਸਟਰੀਅਲ ਡਿਵੈਲਪਮੈਂਟ ਦੀ। ਇਹ क्वेश्चन ਅਸੀਂ ਉਸ ਵਿੱਚ ਕਰਾਇਆ ਸੀ। ਤਾਂ ਆਪਸ਼ਨ ਨੰਬਰ ਡੀ ਕਰੈਕਟ ਹੈ ਜੀ। ਘਿਰਾਓ ਕੀ ਹੈ ਜੀ, ਇਲੀਗਲ ਇੰਡਸਟਰੀਅਲ ਐਜ਼ ਪਰ ਐਕਸ਼ਨ ਹੈ, ਐਜ਼ ਪਰ ਲੋ। ਅਗਲਾ ਦੇਖੋ ਜੀ 45ਵਾਂ क्वेश्चन, in case of renting a land inside an industrial state by the state government to a registered manufacturing company, GST is, ਤਾਂ GST applicable ਤਾਂ ਹੋਊਗਾ under reverse charges। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ, ਆਪਸ਼ਨ ਨੰਬਰ ਬੀ। 46ਵਾਂ क्वेश्चन देखो जी, 46वां क्वेश्चन, a new business was set up on 1st July 2018 and trading activity was commenced from 1st September 2018। the previous year would be the period commencing from the 1st July 2018 to 31st March 2019। ਤਾਂ 46ਵੇਂ ਦਾ ਕਰੈਕਟ ਆਪਸ਼ਨ ਆਣਾ ਸੀ ਜੀ, ਆਪਸ਼ਨ ਨੰਬਰ ਸੀ। ਅੱਗੇ ਚੱਲਦੇ ਹਾਂ ਜੀ 47ਵਾਂ क्वेश्चन देखो जी, AB and corporation received rupees as compensation from CD and corporation for premature termination of contract of agency। amount so received is। ਤਾਂ 47ਵੇਂ ਦਾ ਜੋ ਕਰੈਕਟ ਆਨਸਰ ਆਣਾ ਹੈ ਜੀ ਉਹ ਕੀ ਹੋਊਗਾ ਜੀ, 47ਵੇਂ ਦਾ ਰੈਵਨਿਊ ਰਿਸਿਪਟ ਐਂਡ ਟੈਕਸੇਬਲ। ਤਾਂ ਆਪਸ਼ਨ ਕਰੈਕਟ ਆਊਗਾ ਜੀ, ਆਪਸ਼ਨ ਨੰਬਰ ਸੀ। ਅੱਗੇ ਚੱਲਦੇ ਹਾਂ ਜੀ, ਇਹ क्वेश्चन ਵੀ ਅਸੀਂ ਆਪਣੀ ਟੈਕਸੇਸ਼ਨ ਦੀ ਵੀਡੀਓ 'ਚ ਕਰਾ ਚੁੱਕੇ ਸੀ। ਜਿਹਨਾਂ ਸਟੂਡੈਂਟ ਨੇ ਸਾਡੀ 5 ਦੀ 5 ਟੈਕਸੇਸ਼ਨ ਦੀ ਵੀਡੀਓਜ਼ ਦੇਖੀਆਂ ਨੇ ਉਹਨਾਂ ਨੂੰ ਬਹੁਤ ਫਾਇਦਾ ਹੋਇਆ ਹੋਣਾ, ਕਿਉਂਕਿ ਇਹ क्वेश्चन ਵੀ ਅਸੀਂ ਕਰਾ ਚੁੱਕੇ ਸੀ। ਟ੍ਰੇਡ ਯੂਨੀਅਨ ਦੇ ਰਜਿਸਟ੍ਰੇਸ਼ਨ ਲਈ ਲੋੜੀਂਦਾ ਮੈਂਬਰਾਂ ਦੀ ਘੱਟੋ ਘੱਟ ਗਿਣਤੀ ਤਾਂ 7 ਮੈਂਬਰ ਚਾਹੀਦੇ ਨੇ। ਤਾਂ ਆਪਸ਼ਨ ਕਰੈਕਟ ਹੈ ਜੀ, ਆਪਸ਼ਨ ਨੰਬਰ ਸੀ। ਅੱਗੇ ਜੀ 49ਵਾਂ क्वेश्चन ਵੀ ਅਸੀਂ ਆਪਣੀ ਵੀਡੀਓਜ਼ 'ਚ ਕਰਾ ਚੁੱਕੇ ਸੀ। ਅ ਪ੍ਰੀਮਿਨਸ ਇਨਕਲੂਡ ਪ੍ਰੈਜ਼ੈਂਟ देयर ऑफ इज ए फैक्ट्री विद इन द मीनिंग ऑफ द फैक्ट्री एक्ट 1948 वेयर इन मैन्युफैक्चरिंग प्रोसेस इज बीइंग कैरिड आउट और विदाउट द एड ऑफ पावर वेयर द नंबर ऑफ वर्कर्स वर्किंग इज। ਤਾਂ ਇਸ ਦਾ ਜਿਹੜਾ ਕਰੈਕਟ ਆਨਸਰ ਹੈ ਜੀ ਉਹ ਕੀ ਹੋਊਗਾ ਜੀ, ਜਿਸ ਠੀਕ ਹੈ ਜੀ, ਇਹ ਵੀ ਅਸੀਂ ਕਰਾ ਚੁੱਕੇ ਸੀ। ਸਾਡੇ ਅਕੋਰਡਿੰਗ ਇਸ ਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਏ। ਠੀਕ ਹੈ ਜੀ, ਅੱਗੇ ਚੱਲਦੇ ਹਾਂ 50ਵਾਂ क्वेश्चन।
50वां क्वेश्चन, एज पर पेमेंट ऑफ वेज एक्ट 1936 इन रेलवे फैक्ट्री और इंडस्ट्रियल और अदर इस्टेब्लिशमेंट अपॉन और इन विच लेस दैन 1000 person आर इंप्लॉयड वेजिज शैल बी पेड बिफोर द एक्सपायरी ऑफ, ਤਾਂ ਵੇਜਿਸ ਕਦੋਂ ਦੇਣੀਆਂ ਚਾਹੀਦੀਆਂ ਨੇ 7th ਡੇ ਆਫ ਦੀ ਮੰਥ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ 50ਵੇਂ ਦਾ ਏ ਆਪਸ਼ਨ ਕਰੈਕਟ ਹੈ। ਅੱਗੇ ਦੇਖੋ ਜੀ 51ਵਾਂ क्वेश्चन, पेमेंट ऑफ बोनस एक्ट, ਇਹ ਅਸੀਂ ਕੱਲ ਹੀ ਆਪਣੀ 5ਵੀਂ ਵੀਡੀਓ 5th ਲੈਕਚਰ ਜੋ ਅਸੀਂ ਅਪਲੋਡ ਕੀਤਾ ਸੀ ਉਸ ਵਿੱਚ ਇਹ ਕੁਐਸਚਨ ਅਸੀਂ ਕਰਾਇਆ ਸੀ ਕੱਲ। पेमेंट ऑफ बोनस एक्ट 1965 shall apply to factory and every other establishment in which dash are employed on any day during an accounting year। ਤਾਂ ਇਸ ਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਨੰਬਰ ਏ 20 or more persons। 52ਵਾਂ क्वेश्चन देखो जी, ਇਹ क्वेश्चन भी ਅਸੀਂ ਆਪਣੀ ਵੀਡੀਓ 'ਚ ਕਰਾਇਆ ਸੀ, ਠੀਕ ਹੈ ਜੀ। The appropriate government shall revise the minimum rate of wage under the minimum wage act 1948 at least once in every dash year। ਤਾਂ every 5 years। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ ਆਪਸ਼ਨ ਨੰਬਰ ਡੀ। ਅੱਗੇ ਜੀ 53ਵਾਂ क्वेश्चन, ਇਹ क्वेश्चन ਅਸੀਂ ਆਪਣੀ ਟੈਕਸੇਸ਼ਨ ਵਾਲੀ ਵੀਡੀਓ 'ਚ ਨਹੀਂ ਕਰਾਇਆ। ਇਹ क्वेश्चन ਜਿਹੜਾ ਅਸੀਂ ਪੰਜਾਬ ਪੁਲਿਸ ਦੇ ਮੌਕ ਟੈਸਟ ਲਏ ਨੇ ਉਹਨਾਂ 'ਚ ਕਰਾਇਆ ਸੀ। The term sabbatical is connected with, ਤਾਂ sabbatical connected ਹੈ ਜੀ paid leave for study। ਤਾਂ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ ਏ। ਅੱਗੇ 54ਵਾਂ क्वेश्चन, ਫੁੱਲ ਫਾਰਮ ਨੀਤੀ ਆਯੋਗ ਦੀ ਪੁੱਛੀ ਸੀ ਜੀ, ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ, ਨੈਸ਼ਨਲ ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ ਆਪਸ਼ਨ ਨੰਬਰ ਬੀ। 55ਵਾਂ क्वेश्चन, ਵੈਨ ਕੈਨ ਏ ਪ੍ਰਾਈਵੇਟ ਲਿਮਟਿਡ ਕੰਪਨੀ ਕਮੈਂਸ ਬਿਜ਼ਨਸ, ਠੀਕ ਹੈ ਜੀ ਕਦੋਂ ਬਿਜ਼ਨਸ ਸ਼ੁਰੂ ਕਰ ਸਕਦੀ ਹੈ ਇੱਕ ਪ੍ਰਾਈਵੇਟ ਕੰਪਨੀ। ਤਾਂ ਇਮੀਡੀਏਟਲੀ ਔਨ ਰਿਸੀਵਿੰਗ ਏ ਸਰਟੀਫਿਕੇਟ ਆਫ ਇਨਕੋਰਪੋਰੇਸ਼ਨ। ਤਾਂ ਆਪਸ਼ਨ ਕਰੈਕਟ ਹੈ ਆਪਸ਼ਨ ਨੰਬਰ ਬੀ। 56ਵਾਂ क्वेश्चन देखो जी, mark out the document that need to be prepared and registered with the registrar of company public limited companies। ਤਾਂ ਆਪਸ਼ਨ ਕਰੈਕਟ ਹੈ ਜੀ ਆਪਸ਼ਨ ਨੰਬਰ ਬੀ। ਆਪਸ਼ਨ ਨੰਬਰ ਬੀ 55ਵੇਂ ਦਾ ਕਰੈਕਟ ਹੈ। 57ਵਾਂ क्वेश्चन देखो जी, which of the following is a typically a written document that define the work will be accomplished by the end of the project। ਤਾਂ ਆਪਸ਼ਨ ਏ ਕਰੈਕਟ ਹੈ ਜੀ scope of work। ਅੱਗੇ ਦੇਖੋ ਜੀ 58ਵਾਂ क्वेश्चन, ਕਹਿੰਦੇ ਜੀ which tool are used for a situational analysis prior to planning a project ਕਮ program। ਤਾਂ ਸਾਡੇ ਅਕੋਰਡਿੰਗ ਸਾਰੇ ਹੀ ਜ਼ਰੂਰੀ ਨੇ। ਜੇਕਰ ਸਟੂਡੈਂਟਸ ਨੂੰ ਇਸ ਦਾ ਆਨਸਰ ਕੁਝ ਅਲੱਗ ਲੱਗਦਾ ਹੈ, ਸਾਡੇ ਅਕੋਰਡਿੰਗ ਇਸ ਦਾ ਆਨਸਰ ਡੀ ਹੈ ਜੀ। ਜੇਕਰ ਤੁਹਾਨੂੰ ਲੱਗਦਾ ਹੈ ਇਸ ਦਾ ਆਨਸਰ ਕੁਝ ਹੋਰ ਹੈ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਜ਼ਰੂਰ ਕਰਕੇ ਦੱਸਣਾ ਹੈ, ਠੀਕ ਹੈ ਜੀ। ਅੱਗੇ ਜੀ ਦੇਖੋ 59th क्वेश्चन, 59th क्वेश्चन, ਇਸ क्वेश्चन ਦਾ ਆਨਸਰ ਸਾਨੂੰ ਹਲੇ ਨਹੀਂ ਪਤਾ ਜੀ, ਠੀਕ ਹੈ। ਸੋ ਜਿਸ ਵੀ ਵਿਦਿਆਰਥੀ ਨੂੰ ਇਸ क्वेश्चन ਦਾ ਆਨਸਰ ਪਤਾ ਹੈ ਉਹ ਆਨਸਰ ਜ਼ਰੂਰ ਦੱਸਣ। ਅਸੀਂ ਗਲਤ ਦੱਸਣ ਤੋਂ ਵਧੀਆ ਹੈ ਕਿ ਸਟੂਡੈਂਟਸ ਤੋਂ ਅਸੀਂ ਕੁਐਰੀਜ਼ ਲੈ ਲਈਏ। ਅੱਗੇ ਚੱਲਦੇ ਹਾਂ ਜੀ 60ਵਾਂ क्वेश्चन, ਗ੍ਰੈਂਡ ਇਨੋਵੇਸ਼ਨ ਚੈਲੰਜ ਕਿਸ ਨੇ ਲਾਂਚ ਕੀਤਾ? ਤਾਂ ਗ੍ਰੈਂਡ ਇਨੋਵੇਸ਼ਨ ਚੈਲੰਜ ਲਾਂਚ ਕੀਤਾ ਨੀਤੀ ਆਯੋਗ ਨੇ। ਤਾਂ ਆਪਸ਼ਨ ਏ ਕਰੈਕਟ ਹੈ। 61st क्वेश्चन देखो जी, at which of the following places did महात्मा गांधी start a सत्याग्रह against oppressive plantation। ठीक है जी, ਤਾਂ ਉਹ ਸ਼ੁਰੂ ਕੀਤਾ ਸੀ ਜੀ ਮਹਾਤਮਾ ਗਾਂਧੀ ਜੀ ਨੇ ਚੰਪਾਰਣ ਵਿੱਚ। ਤਾਂ 61 ਦਾ ਆਪਸ਼ਨ ਕਿਹੜਾ ਕਰੈਕਟ ਹੈ ਜੀ ਆਪਸ਼ਨ ਨੰਬਰ ਸੀ। 62 क्वेश्चन देखो जी, ਸਾਈਮਨ ਕਮਿਸ਼ਨ ਵਾਸ ਬੋਇਕੋਟਡ ਬਾਈ ਇੰਡੀਅਨ ਬਿਕੋਜ਼, ਕਿਉਂਕਿ ਇਹ ਵਾਸ ਆਲ ਵਾਈਟ ਕਮਿਸ਼ਨ ਸੀ ਵਿਦਆਊਟ ਇੰਡੀਅਨ ਰਿਪਰੈਜ਼ੈਂਟੇਸ਼ਨ। ਤਾਂ ਆਪਸ਼ਨ ਕਿਹੜਾ ਕਰੈਕਟ ਹੈ ਜੀ ਆਪਸ਼ਨ ਨੰਬਰ ਸੀ। 63rd क्वेश्चन देखो जी, इंडियन काउंसिल ऑफ मेडिकल रिसर्च रिकमेंड ए डेली सप्लीमेंट ऑफ डैश ऑफ विटामिन डी फॉर इंडियंस अंडर सिचुएशनल मिनिमाइजर। देखो जी जेकर बच्चों वास्ते देखा जाए तो 400 है, जेकर अडल्ट वास्ते देखा जाए तो 600 है, ठीक है जी। तो इसका करैक्ट आंसर ए ते बी। वैसे इसका करैक्ट आंसर है जो जी, ठीक है जी, चिल्ड्रनस वास्ते 400 है, याद रखना तुसी चिल्ड्रन वास्ते 400 है ते ਜਿਹੜੇ ਅਡਲਟ ਨੇ ਉਹਨਾਂ ਵਾਸਤੇ 600 ਹੈ। ਸੋ ਬੋਰਡ ਇਸ ਦਾ ਆਨਸਰ ਕਿਸ ਹਿਸਾਬ ਨਾਲ ਦਿੰਦਾ ਉਹ ਹੁਣ ਆਨਸਰ ਕੀਜ਼ ਤੋਂ ਅਸੀਂ ਪਤਾ ਲਾ ਸਕਦੇ ਹਾਂ, ਠੀਕ ਹੈ ਜੀ। ਆਨਸਰ ਕੀਜ਼ ਤੋਂ ਹੀ ਪਤਾ ਲੱਗੂਗਾ ਕਿ ਬੋਰਡ ਇਸ ਨੂੰ ਕਿਸ ਅਕੋਰਡਿੰਗ ਇਸ ਦਾ ਆਨਸਰ ਦਿੰਦਾ ਹੈ। 64th क्वेश्चन देखो जी, विच ऑफ द फॉलोइंग इज नॉट विद इन द जुरिडिक्शन ऑफ हाई कोर्ट। ठीक है जी, हाई कोर्ट की है जी, साडे अकॉर्डिंग इसका आंसर जो करैक्ट है वो सही है,
क्योंकि हाई कोर्ट अपील सुन सकता है लोअर कोर्ट की, रिट भी इशू कर सकता है जी हाई कोर्ट। ठीक है जी, सुपरीडेंस एंड कंट्रोल लोअर कोर्टां ते हुंदा है हाई कोर्ट का, तो एक ऑप्शन यही वधदा है, तो यही करैक्ट ऑप्शन है। अगे देखो जी 65th क्वेश्चन, ह्यूमन डेवलपमेंट इंडेक्स इज ए कंपोजिट ऑफ, तो ह्यूमन डेवलपमेंट इंडेक्स किसकी कंपिटेंसी है, तो वह है जी लाइफ एक्सपेक्टेंसी, एजुकेशन एंड पर कैपिटा इनकम। तो साडे अकॉर्डिंग इसका आंसर है जो ऑप्शन नंबर डी करैक्ट है। अगे देखो जी 66वां क्वेश्चन, विच इंडियन वुमेन हैज बीन रैंक्ड हाईएस्ट इन इंडिया इन फोर्ब्स रैंकिंग 100 मोस्ट पावरफुल वुमेन इन द वर्ल्ड। देखो सारे ही निर्मला सीतारमण जी, किरण मजूमदार शाह ते रोशनी नादर, ये तिन्ने लेडीज ने जो जो इस बार फोर्ब्स च आईया ने। तो सब तो पहला रैंक किसदा है जी, निर्मला सीतारमण का है, तो ऑप्शन नंबर ए। उस तो बाद रोशनी नादर ने, ते उस तो बाद किरण मजूमदार शाह ने। 67वां क्वेश्चन कॉन्स्टिट्यूशन चों सी, विच आर्टिकल गारंटी दी फ्रीडम टू प्रोफेस, प्रैक्टिस एंड प्रोपागेट रिलीजन। तो वह केड़ा आर्टिकल है जी, केड़ा आर्टिकल है जी, आर्टिकल नंबर 25। तो ऑप्शन नंबर डी करैक्ट है। 68वां क्वेश्चन देखो जी, ए बिल अल्टरेशन ऑफ बाउंड्री ऑफ स्टेट शैल नॉट बी इंट्रोड्यूस इन पार्लियामेंट विदाउट द रिकमेंडेशन ऑफ प्रेसिडेंट। ठीक है जी, तो 68वें का केड़ा करैक्शन है जी, करैक्ट ऑप्शन है जी ऑप्शन नंबर डी। जुलाई 11, यह क्वेश्चन असी कुछ दिन पहला ही डिस्कस किया है, जो असी एक्साइज एंड टैक्सेशन इंस्पैक्टर का मॉक टेस्ट की एक्सप्लेनेशन पाई सी। ठीक है जी, इंपोर्टेंट क्वेश्चन एक्साइज एंड टैक्सेशन के इंस्पैक्टर के एग्जाम वास्ते पाई सी। उस विच असी पूछा सी, तो वर्ल्ड पॉपुलेशन डे हुंदा है जी 11 जुलाई। अगे देखो जी 70वां क्वेश्चन, सोशल डेवलपमेंट प्रोसेस इज प्राइमरली डायरेक्टेड टुवर्ड अमंग द फॉलोइंग एम्स। ठीक है जी, इकोनॉमिक प्रोस्पेरिटी, डेवलपमेंट ऑफ रूरल, इंटीग्रेटेड वुमेन एंड चाइल्ड डेवलपमेंट, या फिर रिमूवल ऑफ हंगर। इस क्वेश्चन का आंसर तुम कमेंट बॉक्स से कमेंट करके जरूर दसना है जी। ठीक है जी, अगे चलते हैं जी 71st क्वेश्चन, शिखर से पुकार इज ए डॉक्यूमेंट्री फिल्म रिलेटेड टू विच टॉपिक। तो ये वाटर कंजरवेशन के नाल रिलेटेड है, तो ऑप्शन नंबर बी अपना करैक्ट ऑप्शन है। 72वां क्वेश्चन देखो जी, विच इज द एडमिनिस्ट्रेटिव अथॉरिटी कंट्रोलिंग जुवेनाइल जस्टिस बोर्ड। तो जुवेनाइल जस्टिस बोर्ड नु कंट्रोल करते हैं जी सोशल वेलफेयर डिपार्टमेंट। तो ऑप्शन केड़ा करैक्ट है जी ऑप्शन नंबर डी। 73वां क्वेश्चन, हु हैज वॉन द 2021 यूएस ओपन मेंस सिंगल टाइटल। तो यूएस ओपन मेंस सिंगल टाइटल जीता है डैनियल मेडवेव ने नोवाक जोकोविक नु हरा के। तो ऑप्शन करैक्ट है जी ऑप्शन नंबर डी। 74वां क्वेश्चन देखो जी, a person who can see nearby object clearly but cannot see distant object is suffering from, ता करेक्ट आंसर है जी मायोपिया। ते 75वां ते आखिरी क्वेश्चन सी जी, विच ऑफ द फॉलोइंग क्रॉप इज नाउन एज ग्रीन गोल्ड। ठीक है जी, ग्रीन गोल्ड कहा जाता है चाह नूं। तो ऑप्शन करैक्ट है जी ऑप्शन नंबर डी। सो दोस्तों उम्मीद करते हैं कि ਤੁਹਾਨੂੰ एनालिसिस ਵਧੀਆ ਲੱਗਿਆ ਹੋਵੇਗਾ। जेकर वीडियो ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੇ ਦੋਸਤੋ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਹੀ ਐਗਜ਼ਾਮ ਬਹੁਤ ਵਧੀਆ ਹੋਇਆ ਹੋਵੇਗਾ। ਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਜਿਹੜੇ ਅਸੀਂ ਵੀਡੀਓਜ਼ ਬਣਾਈਆਂ ਸੀ ਐਕਸਾਈਜ਼ ਐਂਡ ਟੈਕਸੇਸ਼ਨ ਦੇ ਟੌਪਿਕਸ ਤੇ, ਉਸ ਚੋਂ ਘੱਟੋ ਘੱਟ 10 ਜਾਂ 15 ਕੁਐਸਚਨ ਐਗਜ਼ਾਮ ਵਿੱਚ ਆਏ ਸੀ। ਸੋ ਸਾਰੇ ਸਟੂਡੈਂਟਸ ਨੂੰ ਇੱਕ ਵਾਰ ਫਿਰ ਤੋਂ ਗੁਜ਼ਾਰਿਸ਼ ਹੈ, ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਥੈਂਕ ਯੂ।